15ਵੀਂ पौड़ी 19ਵੀਂ। ਮਨਮੁਖ ਮਾਨਸ ਦੇਹ ਤੇ ਪਸ਼ੂ ਪਰੇਤ ਅਚੇਤ ਚੰਗੇਰੇ ਹੋਏ ਸੁਚੇਤ ਅਚੇਤ ਹੋਏ ਮਾਨਸ ਮਾਨਸ ਦੇ ਵੱਲ ਹੀਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨਮੁਖ ਮਾਨਸ ਦੇਹ ਤੇ ਪਸ਼ੂ ਪਰੇਤ ਅਚੇਤ ਚੰਗੇਰੇ। ਭਾਈ ਗੁਰਦਾਸ ਜੀ ਇਸ 19ਵੀਂ ਪੌੜੀ ਦੇ ਵਿੱਚ ਇੱਕ ਬਹੁਤ ਜਿਹੜਾ ਹੈ ਅਹਿਮ ਬਹੁਤ ਇੰਪੋਰਟੈਂਟ ਮੈਸੇਜ ਆਪਾਂ ਨੂੰ ਦਿੰਦੇ ਹਨ। ਕਹਿੰਦੇ ਦੇਖੋ ਮਨੁੱਖ ਜਿਹੜਾ ਸੋਚਦਾ ਹੈ ਨਾ, ਇਹਦੀ ਸੋਚਣੀ ਬੜੀ ਭੈੜੀ ਹੈ। ਇਹ ਜਿਹੜਾ ਹੈ ਐਸਾ ਜਿਹੜਾ ਹੈ ਇਹਦੀ ਸੋਚਣੀ ਹੈ ਕਿਉਂਕਿ ਇਹ ਪਰਮੇਸ਼ਰ ਨੂੰ ਭੁਲਾ ਕੇ ਆਪਣੇ ਆਪ ਨੂੰ ਵੱਡਾ ਬਣਾ ਲੈਂਦਾ ਹੈ। ਇਹ ਜਿਹੜਾ ਹੈ ਆਪਣੇ ਕਰਤੇ ਨੂੰ ਭੁਲਾ ਕੇ ਤੇ ਆਪਣੇ ਆਪ ਨੂੰ ਹੀ ਸਭ ਕੁਝ ਮੰਨ ਲੈਂਦਾ ਹੈ। ਇਹ ਆਇਆ ਤਾਂ ਪਰਮਾਤਮਾ ਦਾ ਨਾਮ ਜਪਣ ਵਾਸਤੇ ਹੈ, ਪਰ ਇਹ ਦੁਨੀਆ ਤੇ ਆ ਕੇ ਆਪਣਾ ਹੀ ਨਾਮ ਜਪਾ ਦਿੰਦਾ ਲੋਕਾਂ ਨੂੰ ਆ ਕੇ। ਉੱਥੇ ਫਿਰ ਪਰਮੇਸ਼ਰ ਦੀ ਗੱਲ ਨਹੀਂ ਇਹ ਕਰਦਾ। ਕਹਿੰਦੇ ਦੇਖੋ ਨਾ, ਹੁਣ ਭਾਈ ਗੁਰਦਾਸ ਨੇ ਇਹ ਜਿਹੜੀ ਪੌੜੀ ਦੇ ਵਿੱਚ ਐਗਜ਼ਾਮਪਲ ਦਿੱਤੇ ਹਨ ਭੂਤਾਂ ਪ੍ਰੇਤਾਂ ਦੇ, ਇਹਨਾਂ ਦੇ ਜਿਹੜੇ ਹਨ ਜਾਨਵਰਾਂ ਦੇ, ਪਸ਼ੂਆਂ ਦੇ। ਕਹਿੰਦੇ ਉਹ ਚੰਗੇ ਨੇ ਮਨੁੱਖ ਨਾਲੋਂ, ਤੇ ਕਿਉਂ ਚੰਗੇ ਨੇ? ਹੁਣ ਇਹ ਪੌੜੀ ਨੂੰ ਆਪਾਂ ਸੁਣੀਏ। ਮਨਮੁਖ ਮਾਨਸ ਦੇਹ ਤੇ। ਦੇਖੋ ਇਹ ਮਨੁੱਖਾ ਦੇਹ ਤੋਂ, ਇਹ ਮਨੁੱਖ ਦੇ ਜੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ, ਪਰਮੇਸ਼ਰ ਦੇ ਵੱਲ ਨਹੀਂ ਚੱਲਦੇ, ਪਸ਼ੂ ਪਰੇਤ ਅਚੇਤ ਚੰਗੇਰੇ, ਤਾਂ ਫਿਰ ਇਹਨਾਂ ਨਾਲੋਂ ਪਸ਼ੂ ਚੰਗੇ ਨੇ। ਇਹਨਾਂ ਨਾਲੋਂ ਪਸ਼ੂ ਉਹ ਹੁੰਦੇ ਨੇ ਜੋ ਚਾਰ ਲੱਤਾਂ ਵਾਲੇ ਹੁੰਦੇ ਨੇ, ਸੋ ਉਹਨਾਂ ਨੂੰ ਪਸ਼ੂ ਕਿਹਾ ਜਾਂਦਾ ਹੈ। ਸੋ ਜੋ ਕਹਿੰਦੇ ਪ੍ਰੇਤ, ਜਿਹੜੇ ਭੂਤ ਨੇ, ਜਿਹੜੇ ਭੂਤ ਗੋਸਟ ਨੇ ਜਾਂ ਈਵਲ ਸਪਿਰਿਟਸ ਨੇ ਜਾਂ ਉਹ ਸਪਿਰਿਟਸ ਜਿਹੜੀਆਂ ਆਮ ਦੂਜੀਆਂ ਨੇ, ਉਹ ਸਾਰੇ ਜਿਹੜੇ ਪ੍ਰੇਤ ਹਨ ਅਚੇਤ ਚੰਗੇਰੇ, ਜਿਹੜੇ ਅਚੇਤ ਹਨ, ਜਿਹੜੇ ਚੇਤਾ ਜਿਨ੍ਹਾਂ ਵਿੱਚ ਨਹੀਂ ਹੈਗਾ, ਜਿਨ੍ਹਾਂ ਨੂੰ ਆਪਣੇ ਪਿਛਲੇ ਜਨਮ ਦਾ ਕੁਝ ਪਤਾ ਨਹੀਂ, ਜਿਨ੍ਹਾਂ ਨੂੰ ਕੋਈ ਗਿਆਨ ਨਹੀਂ ਇਸ ਜਨਮ ਦਾ, ਜਾਂ ਜਿਨ੍ਹਾਂ ਨੂੰ ਜੋ ਹੋ ਰਿਹਾ ਹੈ ਉਹਦਾ ਵੀ ਕੋਈ ਪਤਾ ਨਹੀਂ ਲੱਗਦਾ, ਉਹ ਅਚੇਤ ਜਿਹੜੇ ਉਹ ਚੰਗੇ ਨੇ। ਕਿਉਂ? ਹੋਏ ਸੁਚੇਤ ਅਚੇਤ ਹੋਏ। ਦੇਖੋ ਪਹਿਲੀ ਗੱਲ ਹੈ ਕਹਿੰਦੇ ਪਸ਼ੂ ਜਿਹੜੇ ਨੇ, ਪ੍ਰੇਤ ਜਿਹੜੇ ਨੇ, ਚਲੋ ਉਹ ਤਾਂ ਅਚੇਤ ਨੇ, ਉਹਨਾਂ ਨੂੰ ਕੋਈ ਉਪਦੇਸ਼ ਨਹੀਂ ਦੇ ਸਕਦਾ। ਉਹ ਤਾਂ ਉਹਨਾਂ ਦੀਆਂ ਆਦਤਾਂ ਜਿਹੜੀਆਂ ਫਿਕਸ ਬਣੀਆਂ ਹੁੰਦੀਆਂ ਨੇ, ਉਹਨਾਂ ਨੇ ਜੋ ਕਰਨਾ ਉਹਨਾਂ ਨੇ ਕਰਨਾ ਹੈ, ਕਿਉਂਕਿ ਉਹਨਾਂ ਦੇ ਵਿੱਚ ਇਹ ਨਹੀਂ ਹੁੰਦਾ ਵੀ ਉਹਨਾਂ ਨੇ ਕਿਸੇ ਦੀ ਗੱਲ ਸੁਣਨੀ ਹੈ। ਉਹਨਾਂ ਨੇ ਜੋ ਕਰਨਾ ਉਹਨਾਂ ਨੇ ਕਰ ਲੈਣਾ ਹੈ। ਇਸ ਕਰਕੇ ਉਹਨਾਂ ਨੂੰ ਅਚੇਤ ਕਿਹਾ ਹੈ, ਉਹਨਾਂ ਦਾ ਚੇਤਾ ਸ਼ਕਤੀ ਕੰਮ ਨਹੀਂ ਕਰਦੀ। ਤੇ ਇੱਥੇ ਭਾਈ ਗੁਰਦਾਸ ਕਹਿੰਦੇ ਉਹ ਚੰਗੇ ਨੇ। ਕਿਉਂ? ਕਹਿੰਦੇ ਕਿਉਂਕਿ ਹੋਏ ਸੁਚੇਤ ਅਚੇਤ ਹੋਏ। ਮਨੁੱਖ ਸੁਚੇਤ ਹੁੰਦਿਆਂ ਹੋਇਆ ਵੀ ਅਚੇਤ ਬਣਿਆ ਫਿਰਦਾ ਹੈ। ਦੇਖੋ ਨਾ, ਇੱਥੇ ਦੋ ਚੀਜ਼ਾਂ ਦਾ ਜਿਹੜਾ ਹੈ, ਇੱਕ ਗੱਲ ਭਾਈ ਗੁਰਦਾਸ ਨੇ ਸਮਝਾਈ। ਕਹਿੰਦੇ ਜਿਹੜਾ ਅਚੇਤ ਹੈ ਚਲੋ ਠੀਕ ਹੈ, ਉਹ ਤਾਂ ਪਰਮਾਤਮਾ ਨੇ ਉਹਨੂੰ ਐਸਾ ਬਣਾਇਆ ਸੋ ਬਣਾਇਆ, ਪਰ ਕਹਿੰਦੇ ਬੰਦਾ ਜਿਹੜਾ ਨਾ ਸੁਚੇਤ ਹੋ ਕੇ ਵੀ ਜਿਹੜਾ ਅਚੇਤ ਹੁੰਦਾ ਹੈ, ਸਭ ਕੁਝ ਜਾਣਦਿਆਂ ਹੋਇਆਂ ਵੀ ਅਣਜਾਣ ਬਣਦਾ ਹੈ। ਸਭ ਕੁਝ ਉਹਦੇ ਕੋਲ ਜਿਹੜਾ ਹੈ ਸੁਣਨ ਪੜਨ ਵਾਸਤੇ ਹੁੰਦਾ ਹੈ। ਉਹ ਜਾਣ ਬੁੱਝ ਕੇ ਪਾਪ ਕਰਦਾ ਹੈ, ਉਹ ਜਾਣ ਬੁੱਝ ਕੇ ਉਹ ਕੰਮ ਕਰਦਾ ਹੈ ਜਿਹੜੇ ਗਲਤ ਹੋਣ, ਭਾਵੇਂ ਉਹਨੂੰ ਪਤਾ ਵੀ ਹੋਵੇ ਵੀ ਗਲਤ ਹੈ, ਉਹਨੇ ਫਿਰ ਵੀ ਕਰਨੇ ਨੇ। ਤੇ ਕਹਿੰਦੇ ਹੋਏ ਸੁਚੇਤ ਅਚੇਤ ਹੋਏ ਜਿਹੜੇ ਹਨ। ਮਾਨਸ ਮਾਨਸ ਦੇ ਵੱਲ ਹੀਰੇ। ਬਹੁਤ ਚੰਗਾ ਇੱਕ ਪੁਆਇੰਟ ਇੱਥੇ ਭਾਈ ਗੁਰਦਾਸ ਨੇ ਬਣਾਇਆ। ਕਹਿੰਦੇ ਦੇਖੋ ਮਨੁੱਖ ਨਾ ਮਨੁੱਖ ਦੀ ਆਸ ਰੱਖਦਾ ਹੈ। ਮਨੁੱਖ ਜਿਹੜਾ ਹੈ ਨਾ ਹਮੇਸ਼ਾ ਦੂਜੇ ਮਨੁੱਖ ਦੀ ਆਸ ਤੇ ਬੈਠਾ ਹੁੰਦਾ ਹੈ। ਇੱਕ ਮਨੁੱਖ, ਇੱਕ ਬੰਦਾ ਦੂਜੇ ਬੰਦੇ ਦੀ ਆਸ ਰੱਖਦਾ ਹੈ। ਬੰਦਾ ਔਰਤ ਦੀ ਆਸ ਰੱਖਦੀ ਹੈ, ਔਰਤ ਬੰਦੇ ਦੀ ਆਸ ਰੱਖਦੀ ਹੈ। ਦੇਖੋ ਬੰਦਾ ਬੰਦੇ ਦੀ ਆਸ ਤੇ ਬੈਠਾ ਹੈ। ਹੁਣ ਦੇਖੋ ਇੱਕ ਕਾਮਨ ਗੱਲ ਹੈ, ਹੁਣ ਜਿਹੜੇ ਮਾਂ ਪਿਓ ਨੇ ਉਹਨਾਂ ਨੂੰ ਬੱਚਿਆਂ ਤੇ ਆਸ ਬਣੀ ਰਹਿੰਦੀ ਹੈ। ਤੇ ਉਹ ਭਾਈ ਗੁਰਦਾਸ ਜੀ ਕਹਿੰਦੇ ਆ ਮਾਨਸ ਮਾਨਸ ਦੇ ਵੱਲ ਹੇਰੇ। ਦੇਖੋ ਜਿਹੜਾ ਹਨ ਮਾਂ ਬਾਪ ਵੱਡੇ ਹੁੰਦਿਆਂ ਹੋਏ ਆਪਣੇ ਬੱਚਿਆਂ ਨੂੰ ਪਾਲ ਕੇ ਵੱਡੇ ਕਰਦੇ ਨੇ, ਫਿਰ ਉਹਨਾਂ ਦੀ ਆਸ ਤੇ ਬਹਿ ਜਾਂਦੇ ਨੇ। ਪਹਿਲਾਂ ਜਦੋਂ ਬੱਚੇ ਛੋਟੇ ਹੁੰਦੇ ਨੇ, ਬੱਚੇ ਜਿਹੜੇ ਮਾਂ ਬਾਪ ਦੀ ਆਸ ਤੇ ਬੈਠੇ ਹੁੰਦੇ ਨੇ। ਫਿਰ ਜਿਹੜਾ ਇਨਸਾਨ ਹੁੰਦਾ ਹੈ ਆਪਣੇ ਫਰੈਂਡਸ ਦੇ ਉੱਤੇ ਆਪਣੀ ਆਸ ਰੱਖਦਾ ਹੈ, ਦੋਸਤ ਮਿੱਤਰਾਂ ਤੇ ਰੱਖਦਾ ਹੈ, ਰਿਸ਼ਤੇਦਾਰਾਂ ਤੇ ਆਪਣੀ ਆਸ ਰੱਖਦਾ ਹੈ। ਇਹ ਬੰਦਾ ਜਿਹੜਾ ਹੈ ਬੰਦੇ ਦੀ ਆਸ ਤੇ ਬੈਠਾ ਹੁੰਦਾ ਹੈ। ਪਸ਼ੂ ਨਾ ਮੰਗੇ ਪਸ਼ੂ ਤੇ। ਦੇਖੋ ਭਾਈ ਗੁਰਦਾਸ ਨੇ ਕਿੰਨਾ ਸੋਹਣਾ ਲਿਖ ਕੇ ਦੱਸਿਆ। ਕਹਿੰਦਾ ਪਸ਼ੂ ਕੋਈ ਦੂਜੇ ਪਸ਼ੂ ਦੀ ਆਸ ਨਹੀਂ ਰੱਖਦਾ। ਕਹਿੰਦਾ ਪਸ਼ੂ ਕਿਤੇ ਨਹੀਂ ਆਸ ਰੱਖਦਾ ਵੀ ਦੂਜਾ ਪਸ਼ੂ ਮੇਰੀ ਮਦਦ ਕਰੇਗਾ। ਕਹਿੰਦੇ ਪਸ਼ੂ ਨਾ ਮੰਗੇ ਪਸ਼ੂ ਤੇ। ਪਸ਼ੂ ਜਿਹੜਾ ਹੈ ਦੂਜੇ ਪਸ਼ੂ ਤੋਂ ਮੰਗਦਾ ਨਹੀਂ। ਕਹਿੰਦੇ ਇੱਕ ਗਾਂ ਦੂਜੀ ਗਾਂ ਤੋਂ ਨਹੀਂ ਮੰਗਦੀ। ਇੱਕ ਜਿਹੜੀਆਂ ਹਨ ਉਹ ਜਿਹੜੀਆਂ ਹੁੰਦੀਆਂ ਹਨ, ਹਾਂਜੀ, ਜਿੰਨੇ ਵੀ ਪਸ਼ੂ ਹਨ ਦੂਜੇ ਪਸ਼ੂ ਦੀ ਕਿਤੇ ਆਸ ਨਹੀਂ ਉਹਨਾਂ ਨੇ ਰੱਖਣੀ।
ਉਹਨਾਂ ਨੇ ਬਸ ਆਪਣਾ ਕੰਮ ਕਰਨਾ ਹੈ, ਉਹਨਾਂ ਦੀ ਆਸ ਨਹੀਂ ਹੁੰਦੀ ਦੂਜੇ ਪਸ਼ੂ ਤੇ। ਕਹਿੰਦੇ ਦੇਖੋ ਪਸ਼ੂ ਸਿਆਣੇ ਆ ਨਾ, ਉਹ ਇੱਕ ਪਸ਼ੂ ਦੂਜੇ ਪਸ਼ੂ ਦੀ ਆਸ ਨਹੀਂ ਰੱਖਦਾ। ਪੰਖੇਰੂ ਘੇਰੇ। ਹੁਣ ਦੇਖੋ ਜਿਹੜੇ ਪੰਖੀਰੂ ਨੇ, ਕਹਿੰਦੇ ਉਹ ਵੀ ਜਿਹੜੇ ਹਨ, ਜਿਹੜੇ ਉੱਡਣ ਵਾਲੇ ਨੇ, ਜਿਵੇਂ ਚਿੜੀਆਂ ਹਨ, ਬਰਡਸ ਹਨ, ਕਹਿੰਦੇ ਉਹ ਬਰਡਸ ਵੀ ਦੂਜੀ ਬਰਡਸ ਦੀ ਆਸ ਨਹੀਂ ਰੱਖਦੇ। ਉਹ ਨਹੀਂ ਐਂ ਕਰਦੇ, ਇੱਕ ਬਰਡ ਨੂੰ ਘੇਰ ਕੇ ਬਹਿ ਜਾਂਦੇ ਨੇ ਵੀ ਤੂੰ ਹੀ ਸਾਡਾ ਕੰਮ ਕਰਨਾ ਹੈ ਜੀ, ਤੂੰ ਹੀ ਮੇਰੇ ਵਾਸਤੇ ਇਹ ਕਰਨਾ ਹੈ ਜੀ, ਅਸੀਂ ਤੇਰੀ ਆਸ ਤੇ ਨਹੀਂ। ਕਹਿੰਦੇ ਜਿਹੜੀਆਂ ਬਰਡਸ ਹੁੰਦੀਆਂ ਨੇ, ਪੰਖੀਰੂ ਜਿਹੜਾ ਪੰਖੀ ਜਿਹੜੇ ਹੁੰਦੇ ਨੇ, ਉਹ ਆਪਣਾ ਕੰਮ ਆਪੇ ਕਰਦੇ ਨੇ, ਆਪਣਾ ਆਲਣਾ ਵੀ ਆਪੇ ਬਣਾ ਲੈਂਦੇ ਨੇ, ਤੇ ਫਿਰ ਉੱਡ ਕੇ ਆਪਣਾ ਖਾਣਾ ਆਪੇ ਲੱਭ ਲੈਂਦੇ ਨੇ। ਉਹਨੇ ਉਹ ਸਾਰਾ ਕੰਮ ਆਪਣਾ ਆਪੇ ਕਰਦੇ ਨੇ, ਉਹ ਕਿਤੇ ਵੀ ਇੱਕ ਦੂਜੇ ਤੇ ਆਸ ਨਹੀਂ ਰੱਖਦੇ। 84 ਲੱਖ ਜੂਨ ਵਿੱਚ। ਹੁਣ ਭਾਈ ਗੁਰਦਾਸ ਜੀ ਕਹਿੰਦੇ 8.4 ਮਿਲੀਅਨ ਜਿਹੜੀਆਂ ਜੂਨਾਂ ਨੇ, ਸਪੀਸੀਜ਼ ਨੇ, 84 ਲੱਖ ਜੂਨਾਂ ਦੇ ਵਿੱਚ, ਇਹ ਸਾਰਿਆਂ ਵਿੱਚ ਉੱਤਮ ਮਾਨਸ ਜੂਨ ਭਲੇਰੇ। ਦੇਖੋ ਸਭ ਤੋਂ ਉੱਤਮ ਜਿਹੜੀ ਹੈ ਜੂਨ ਕਿਹੜੀ ਆ? ਮਨੁੱਖ ਦੇਹ, ਜੋ ਇਹ ਆਪਣੀ ਦੇਹ ਹੈ, ਇਹ ਦੇਹ, ਇਹ ਸਰੀਰ, ਇਹ ਜੂਨ ਕਹਿੰਦੇ ਸਭ ਤੋਂ ਉੱਤਮ ਹੈ, ਸਭ ਤੋਂ ਸੁਪਰੀਮ ਹੈ, ਸੁਪੀਰੀਅਰ ਹੈ ਇਹ ਜੂਨ ਜਿਹੜਾ ਆਪਾਂ ਮਨੁੱਖ ਹਾਂ। ਇਹ ਮਨੁੱਖਾ ਦੇਹ ਸਭ ਤੋਂ ਸੁਪਰੀਮ ਮੰਨੀ ਹੈ। ਕਹਿੰਦੇ ਦੇਖੋ ਸਭ ਤੋਂ ਭਲੀ ਵੀ ਮੰਨੀ ਹੈ, ਕਿਉਂਕਿ ਇਹ ਜੂਨ ਦੇ ਵਿੱਚ ਅਵਰ ਜੋਨ ਤੇਰੀ ਪਨਹਾਰੀ, ਜੋ ਜਿੰਨੀਆਂ ਦੂਜੀਆਂ ਜੂਨਾਂ ਨੇ ਉਹ ਸਾਰੀਆਂ ਤੇਰੀਆਂ ਪਾਣੀ ਭਰਨ ਵਾਲੀਆਂ ਹਨ। ਇਸ ਜੂਨ ਵਿੱਚ ਤੇਰੀ ਸਿਕਦਾਰੀ, ਇਹ ਜੂਨ ਵਿੱਚ ਹੈ ਮਨੁੱਖ ਤੇਰੀ ਸਿਕਦਾਰੀ ਹੈ, ਤੂੰ ਸਰਦਾਰ ਹੈ ਇਹ ਸਾਰੀਆਂ ਬਾਕੀ ਦੀਆਂ ਜੂਨਾਂ ਦਾ। ਕਿਉਂਕਿ ਤੂੰ ਇਹ ਸਾਰਿਆਂ ਨੂੰ ਕੰਟਰੋਲ ਕਰ ਲੈਂਦਾ ਹੈ। ਦੇਖੋ ਹਵਾ ਦੀ ਰਫ਼ਤਾਰ ਕਿੰਨੀ ਹੁੰਦੀ ਹੈ, ਉਹ ਵੀ ਮਨੁੱਖ ਨੇ ਆਪਣੇ ਕੰਟਰੋਲ ਵਿੱਚ ਕਰ ਲੈਂਦਾ ਹੈ, ਉਹਦੇ ਵਿੱਚੋਂ ਇਲੈਕਟ੍ਰਿਸਿਟੀ ਨੂੰ ਪ੍ਰੋਡਿਊਸ ਕਰ ਲੈਂਦਾ ਹੈ। ਹਾਈਡਰੋ ਜਿਹੜਾ ਹੈ, ਕਿੰਨਾ ਪਾਣੀ ਜਿਹੜਾ ਆਉਂਦਾ ਹੈ, ਗਾਸ਼ਿੰਗ ਆਊਟ ਕਰਦਾ ਹੈ, ਕਿੰਨਾ ਪਾਣੀ ਜਿਹੜਾ ਹੈ ਆਉਂਦਾ ਹੈ, ਉਹਨੂੰ ਰੋਕ ਕੇ ਡੈਮ ਬਣਾ ਕੇ ਫਿਰ ਉਹਦੀ ਹਾਈਡਰੋ ਦੇ ਨਾਲ, ਜਿਹੜਾ ਹਾਈਡਰੋਲੋਜੀ ਦੇ ਨਾਲ ਉਹ ਜਿਹੜਾ ਕੀ ਕਰਦਾ, ਉਹ ਇਲੈਕਟ੍ਰਿਸਿਟੀ ਪੈਦਾ ਕਰ ਲੈਂਦਾ। ਕਿੰਨੂੰ ਦੇਖੋ ਕਿੰਨੇ ਵੱਡੇ ਵੱਡੇ ਕਾਰਜ ਨੇ, ਧਰਤੀ ਦੇ ਥੱਲੋਂ ਬੰਦੇ ਪਾਣੀ ਪੰਪ ਲਾ ਕੇ ਕੱਢ ਲੈਂਦੇ ਨੇ, ਕਿੰਨੇ ਕਾਰਜ ਬੰਦਾ ਕਰਦਾ, ਕਿੰਨਾ ਸਿਆਣਾ ਹੈ। ਪਸ਼ੂ ਪੰਖੀ ਤਾਂ ਨਹੀਂ ਵਿਚਾਰੇ ਐਸਾ ਕਰ ਸਕਦੇ। ਇਸ ਕਰਕੇ ਇਹ ਜੋਨ ਤੇਰੀ ਜਿਹੜੀ ਹੈ ਕਹਿੰਦੇ ਭਲੇਰੀ ਹੈ, ਇਹ ਮਨੁੱਖਾ ਦੇ ਜਿਹੜੀ ਹੈ। ਤੇ ਦੂਜੀ ਗੱਲ ਹੈ, ਸਿੱਖਣ ਵਾਸਤੇ ਸਕੂਲ ਬਣੇ ਹੋਏ ਨੇ, ਆਪਾਂ ਨੂੰ ਸਿਖਾਇਆ ਜਾਂਦਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਪਰਮੇਸ਼ਰ ਆਪ ਇਹ ਮਨੁੱਖ ਦੇਹ ਧਾਰ ਕੇ ਸੰਸਾਰ ਤੇ ਆਇਆ, ਆਪਾਂ ਨੂੰ ਸਿਖਾਉਣ ਵਾਸਤੇ, ਉਪਦੇਸ਼ ਦੇਣ ਵਾਸਤੇ। ਤੇ ਦੇਖੋ ਪਸ਼ੂ ਪੰਖੀ ਵਿਚਾਰੇ, ਉਹਨਾਂ ਨੂੰ ਕੌਣ ਉਪਦੇਸ਼ ਦਿੰਦਾ ਹੈ? ਕੌਣ ਦਿੰਦਾ ਹੈ? ਕਿਹਨੇ ਉਹਨਾਂ ਵਾਸਤੇ ਸਕੂਲ ਬਣਾਏ ਆ ਜਿਹੜੇ ਤੇ ਜਾ ਕੇ ਵਿਚਾਰੇ ਸਿੱਖ ਸਕਣ? ਕਿਹਦੇ ਕਰਕੇ ਜਿਹੜੇ ਵਿਚਾਰੇ ਕਿਹਦੇ ਆਸਰੇ ਤੇ ਜਾ ਕੇ ਵਿਚਾਰੇ ਕੋਈ ਕੰਮ ਕਰਨ, ਕਮਾਈ ਕਰਨ ਨਹੀਂ ਹੁੰਦੀ ਵਿਚਾਰਿਆਂ ਦੀ। ਉਹਨਾਂ ਨੂੰ ਲੋਕਾਂ ਦਾ ਜਿਹੜਾ ਹੈ ਕੰਮ ਕਰਨਾ ਪੈਂਦਾ ਹੈ, ਤੇ ਤਨਖਾਹ ਵੀ ਕੋਈ ਨਹੀਂ ਮਿਲਦੀ, ਉਹਨਾਂ ਨੂੰ ਚਾਰਾ ਹੀ ਮਿਲਦਾ ਵਿਚਾਰਿਆਂ ਨੂੰ। ਦੇਖੋ ਇੱਥੇ ਜਿਹੜੇ ਭਾਵ ਗੁਰੂ ਸਾਹਿਬ ਜਿਹੜੇ ਨੇ ਨਾ, ਗੁਰੂ ਨਾਨਕ ਨੇ ਤਾਂ ਜਿਹੜਾ ਪਸ਼ੂ ਪੰਖੀ ਸਭ ਨੂੰ ਤਾਰਿਆ ਹੈ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੀਵਨ ਵਿੱਚ, ਗੁਰੂ ਬਿਲਾਸ ਦੇ ਵਿੱਚ ਸਾਖੀ ਆਉਂਦੀ ਹੈ। ਕਹਿੰਦੇ ਜਦੋਂ ਜਿਹੜਾ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ 6ਵੇਂ ਸਰੂਪ ਨੇ ਜਦੋਂ ਗੁਰਸਰ ਦਾ ਜੰਗ ਕੀਤਾ, ਉਹਦੇ ਵਿੱਚ ਸੁਹੇਲਾ ਜਿਹੜਾ ਸੀ ਘੋੜਾ, ਉਹ ਮਾਰਿਆ ਗਿਆ, ਉਹ ਸ਼ਹੀਦ ਹੋ ਗਿਆ। ਤੇ ਉਹ ਜਿਹੜਾ ਹੈ ਜਾਨ ਭਾਈ, ਉਸਦਾ ਦੂਜਾ ਭਰਾ ਸੀ, ਉਹ ਘੋੜੇ ਦਾ ਭਰਾ ਸੀ, ਜਿਹੜਾ ਕਿ ਗੁਰੂ ਹਰਗੋਬਿੰਦ ਸਾਹਿਬ ਦਾ ਘੋੜਾ ਸੀ ਆਪਣਾ, ਜਾਨ ਭਾਈ। ਸੋ ਜਿਹੜਾ ਹੈ ਉਹਦੇ ਕੋਲ ਗੁਰੂ ਹਰਗੋਬਿੰਦ ਸਾਹਿਬ ਜੀ ਜਾਂਦੇ ਨੇ ਤੇ ਉਹਨੂੰ ਜਾ ਕੇ ਉਪਦੇਸ਼ ਦਿੰਦੇ ਨੇ ਘੋੜੇ ਨੂੰ ਵੀ ਇਹ ਦੁਨੀਆ ਝੂਠੀ ਹੈ, ਤੂੰ ਇਹਦੇ ਨਾਲ ਮੋਹ ਨਾ ਕਰ। ਤਾਂ ਉਹ ਜਾਨ ਭਾਈ ਠੀਕ ਹੋਇਆ। ਦੇਖੋ ਉਹ ਤਾਂ ਗੁਰੂ ਨੇ ਨਾ, ਗੁਰੂ ਤਾਂ ਸਭ ਨੂੰ ਉਪਦੇਸ਼ ਦਿੰਦੇ ਨੇ, ਪਰ ਇੱਕ ਮਨੁੱਖ ਦੇ ਵਿੱਚ ਤਾਂ ਐਸੀ ਜਿਹੜੀ ਹਨ ਹਿੰਮਤ ਨਹੀਂ ਹੁੰਦੀ ਨਾ, ਪਹੁੰਚ ਨਹੀਂ ਹੁੰਦੀ। ਤੇ ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਇਹ ਮਨੁੱਖਾਂ ਦੇ ਸਭ ਤੋਂ ਸੁਪਰੀਮ ਹੈ। ਉੱਤਮ ਮਨ ਬਚ ਕਰਮ ਕਰ। ਦੇਖੋ ਉੱਤਮ ਹੈ ਇਹ ਦੇ, ਮਨ ਕਰਕੇ, ਬਚਨ ਕਰਕੇ, ਕਰਮਾਂ ਕਰਕੇ ਇਹ ਦੇਹ ਜਿਹੜੀ ਬੜੀ ਹੀ ਜਿਹੜੀ ਹੈ ਉੱਤਮ ਹੈ। ਕਿਉਂਕਿ ਦੇਖੋ ਜੇ ਘੋੜੇ ਤੋਂ ਕੰਮ ਕਰਵਾਉਣਾ, ਆਪਾਂ ਘੋੜੇ ਨੂੰ ਤੇਮ ਕਰ ਲੈਂਦੇ ਹਾਂ, ਉਹਨੂੰ ਟ੍ਰੇਨ ਕਰ ਲੈਂਦੇ ਹਾਂ, ਜੇ ਪਸ਼ੂ ਪੰਖੀਆਂ ਨੂੰ ਕੰਮ ਵਿੱਚ ਲਾ ਦਿੰਦੇ ਹਾਂ। ਇਹ ਦੁਨੀਆ ਦੀਆਂ ਜਿਹੜੀਆਂ ਸ਼ਕਤੀਆਂ ਨੇ, ਪਹਾੜ ਨੇ, ਮੀਂਹ ਪੈਂਦੇ ਨੇ, ਇਹ ਸਭ ਨੂੰ ਆਪਾਂ ਆਪਣੇ ਕੰਟਰੋਲ ਵਿੱਚ ਕਰਕੇ ਇਹਨਾਂ ਨੂੰ ਵਰਤਦੇ ਹਾਂ। ਇਹ ਸਭ ਆਪਾਂ ਕਰ ਸਕਦੇ ਹਾਂ। ਇਸ ਕਰਕੇ ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਇਹ ਦੇਹ ਉੱਤਮ ਹੈ। ਜਨਮ ਮਰਨ ਭਵ ਜਲ ਲਖ ਫੇਰੇ। ਪਰ ਫਿਰ ਵੀ ਇਹ ਜਿਹੜਾ ਹੈ ਜਨਮ ਤੇ ਮਰਨ ਦੇ ਗੇੜ ਵਿੱਚ ਪੈਂਦੀ ਹੈ। ਉੱਤਮ ਦੇਹ ਤਾਂ ਹੈ, ਪਰ ਕਹਿੰਦੇ ਭਵਜਲ ਲੱਖ ਫੇਰੇ, ਕਹਿਣ ਲੱਗੇ ਇਹ ਲੱਖਾਂ ਹੀ ਫੇਰੇ, 84 ਲੱਖ ਫੇਰਿਆਂ ਵਿੱਚ ਫਿਰ ਕੇ ਫੇਰ ਕਿਤੇ ਜਾ ਕੇ ਇਹ ਮਾਨਸ ਦੇਹ ਕਿਤੇ ਮਿਲਦੀ ਹੈ ਗੁਰੂ ਦੀ ਕਿਰਪਾ ਸਦਕਾ। ਰਾਜਾ ਪਰਜਾ ਹੋਏ ਕੈ। ਹੁਣ ਦੇਖੋ ਮਨੁੱਖ ਦਾ ਦੂਜਾ ਹਿੱਸਾ, ਉਹਦੀ ਪੋਜੀਸ਼ਨ। ਕਹਿੰਦੇ ਭਾਵੇਂ ਇਹ ਮਨੁੱਖ ਰਾਜਾ ਬਣ ਜਾਵੇ, ਭਾਵੇਂ ਇਹ ਪਰਜਾ ਬਣ ਜਾਵੇ। ਰਾਜਾ ਹੁੰਦਾ ਜਿਹੜਾ ਕਿੰਗ ਹੁੰਦਾ ਹੈ,
ਤੇ ਉਹਦੇ ਥੱਲੇ ਜਿਹੜੇ ਉਹਦੇ ਸਿਟੀਜ਼ਨਸ ਹੁੰਦੇ ਨੇ, ਉਹ ਜਿਹੜਾ ਹਨ ਰੈਸੀਡੈਂਟਸ ਹੁੰਦੇ ਨੇ, ਉਹ ਪ੍ਰਜਾ ਹੈ। ਕਹਿੰਦੇ ਦੇਖੋ ਇੱਕ ਭਾਵੇਂ ਰਾਜਾ ਹੋਵੇ ਮਨੁੱਖ, ਭਾਵੇਂ ਪ੍ਰਜਾ ਹੋਵੇ ਮਨੁੱਖ, ਇਹ ਦੋਵੇਂ ਜਿਹੜੇ ਹੋਏ ਕਿ ਸੁੱਖ, ਕਹਿੰਦੇ ਇਹ ਦੋਵੇਂ ਜਿਹੜੇ ਹਨ ਇਹਨਾਂ ਨੂੰ ਸੁੱਖ ਜਿਹੜਾ ਹੈ, ਸੁੱਖ ਵਿੱਚ ਦੁੱਖ ਹੋਏ ਭਲੇ ਭਲੇਰੇ। ਹੁੰਦਾ ਸੁੱਖ ਹੈ। ਦੇਖੋ ਰਾਜੇ ਵਾਸਤੇ ਆਪਾਂ ਕਹੋਗੇ ਜੀ ਹੁਣ ਸੁੱਖੇ ਸੁੱਖ ਹੈ, ਸਾਰੀਆਂ ਸਹੂਲਤਾਂ ਉਹਦੇ ਕੋਲ ਨੇ, ਮਾਇਆ ਉਹਦੇ ਕੋਲ ਹੈ, ਪਰ ਕਹਿੰਦੇ ਫਿਰ ਵੀ ਉਹ ਦੁਖੀ ਹੈ। ਕਹਿੰਦੇ ਸੁੱਖ ਦੇ ਵਿੱਚ ਹੀ ਉਹ ਦੁੱਖ ਹੈ। ਕਹਿੰਦੇ ਸੁੱਖ ਦੇ ਵਿੱਚ ਹੀ ਦੁਖੀ ਹੋ ਕੇ ਰਹਿੰਦੇ ਨੇ। ਪਸ਼ੂ ਵਿਚਾਰੇ ਬਾਹਰ ਖੜੇ ਰਹਿੰਦੇ ਨੇ ਮੀਂਹ ਪੈਂਦੇ ਵਿੱਚ, ਧੁੱਪ ਵਿੱਚ। ਮਨੁੱਖ ਜਿਹੜਾ ਹੈ ਚੰਗੀ ਤਰ੍ਹਾਂ ਜਿਹੜਾ ਘਰ ਵਿੱਚ ਰਹਿੰਦਾ ਹੈ, ਐਕੌਨ ਲਾ ਕੇ, ਪੱਖੇ ਲਾ ਕੇ, ਹਾਂਜੀ ਜੇ ਠੰਡ ਹੋਵੇ ਤਾਂ ਹੀਟਰ ਲਾ ਕੇ ਬਹਿੰਦਾ ਹੈ, ਐਨ ਆਰਾਮ ਨਾਲ ਬਹਿੰਦਾ ਹੈ। ਪਰ ਕਹਿੰਦੇ ਸੁੱਖ ਵਿੱਚ ਦੁੱਖ ਹੋਏ ਭਲੇ ਭਲੇਰੇ। ਚੰਗੇ ਭਲਿਆਂ ਨੂੰ ਕਹਿੰਦੇ ਸੁੱਖ ਦੇ ਵਿੱਚ ਹੁੰਦਿਆਂ ਹੋਇਆਂ ਵੀ ਦੁਖੀ ਹਨ। ਕਈਆਂ ਨੂੰ ਬਾਹਰਲੇ ਸੁੱਖ ਬਹੁਤ ਨੇ ਪਰ ਅੰਦਰ ਦੁਖੀ ਰਹਿੰਦੇ ਨੇ, ਕੋਈ ਦੁੱਖ ਉਹਨਾਂ ਦੇ ਅੰਦਰ ਵਸਿਆ ਰਹਿੰਦਾ ਹੈ। ਤੇ ਦੇਖੋ ਰਾਜਾ ਵੀ ਦੁਖੀ ਹੈ, ਪ੍ਰਜਾ ਵੀ ਦੁਖੀ ਹੈ, ਨਾਨਕ ਦੁਖੀਆ ਸਭ ਸੰਸਾਰੀ ਹੈ ਨਾ, ਸਾਰੇ ਦੁਖੀ ਨੇ। ਕਹਿੰਦੇ ਭਾਵੇਂ ਸੁੱਖ ਸਹੂਲਤਾਂ ਸਾਰੀਆਂ ਨੇ ਪਰ ਬੰਦਾ ਫਿਰ ਵੀ ਦੁਖੀ ਦਾ ਦੁਖੀ ਹੈ। ਕੁੱਤਾ ਰਾਜ ਬਹਾਲੀਐ। ਦੇਖੋ ਕਹਿੰਦੇ ਮਨੁੱਖ ਦੀ ਤਾਂ ਇਹ ਹਾਲਾਤ ਹੈ। ਕਹਿੰਦੇ ਇੱਕ ਐਗਜ਼ਾਮਪਲ ਭਾਈ ਗੁਰਦਾਸ ਨੇ ਦਿੱਤਾ, ਕਹਿੰਦਾ ਕੁੱਤਾ ਰਾਜ ਬਹਾਲੀਐ। ਕਹਿੰਦੇ ਕੁੱਤੇ ਨੂੰ ਜਾ ਕੇ ਨਾ ਤੁਸੀਂ ਰਾਜਾ ਬਣਾ ਦਿਓ, ਜਿਹੜਾ ਹਨ ਕੁੱਤੇ ਨੂੰ ਜਿਹੜਾ ਹਨ ਕਰਕੇ ਉਹਨੂੰ ਰਾਜ ਤਖਤ ਤੇ ਭਾਵੇਂ ਬਿਠਾਇਆ ਜਾਵੇ, ਚੱਕੀ ਚੱਟਣ ਜਾਹੇ ਹਨੇਰੇ। ਉਹ ਫੇਰ ਵੀ ਹਨੇਰੇ ਵਿੱਚ ਜਾ ਕੇ ਕੀ ਕਰੇਗਾ? ਕੁੱਤਾ ਆਪਣੀ ਆਦਤ ਨਹੀਂ ਛੱਡਦਾ, ਉਹਨੇ ਫੇਰ ਵੀ ਜਾ ਕੇ ਉਹ ਚੱਕੀ ਦੇ ਵਿੱਚੋਂ ਜਿਹੜਾ ਲੱਗਿਆ ਹੋਇਆ ਆਟਾ ਨਾ ਉਹ ਜਾ ਕੇ ਚੱਟੇਗਾ ਹੀ ਚੱਟੇਗਾ। ਉਹਨੇ ਫੇਰ ਵੀ ਜਾ ਕੇ ਆਪਣੀ ਆਦਤ ਨਹੀਂ ਛੱਡਣੀ, ਭਾਵੇਂ ਉਹਨੂੰ ਰਾਜਾ ਹੀ ਕਿਉਂ ਨਾ ਬਣਾ ਦਿਓ। ਕਹਿੰਦੇ ਇਸੇ ਪ੍ਰਕਾਰ ਬੰਦੇ ਦੇ ਹਾਲ ਨੇ, ਜਿਹਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਫਸਿਆ ਹੋਇਆ ਬੰਦਾ, ਕੁੱਤਾ ਵਰਗੇ ਬੰਦਾ ਹੋਵੇ, ਉਹਨੂੰ ਭਾਵੇਂ ਰਾਜਾ ਵੀ ਬਣਾ ਦਿਓ, ਉਹਨੇ ਫੇਰ ਵੀ ਜਾ ਕੇ ਧੋਖੇ ਕਰਨੇ ਨੇ, ਲੋਕਾਂ ਨਾਲ ਜਿਹੜਾ ਦਗਾ ਕਰਨਾ ਹੈ, ਲੋਕਾਂ ਨੂੰ ਜਾ ਕੇ ਲੁੱਟਣਾ ਹੈ। ਤੇ ਉਹਦਾ ਆਦਤ ਜਿਹੜੀ ਹੁੰਦੀ ਆ, ਜਿਹੜੇ ਹਨ ਜਿਵੇਂ ਜਿਹੜਾ ਹਨ ਆਪਣਾ ਜਿਹੜਾ ਚੱਕੀ ਚੱਟਣ ਜਾਈਏ, ਕਹਿੰਦੇ ਜਿਹੜਾ ਚੱਕੀ ਨੂੰ ਜਿਵੇਂ ਚੱਟਣ ਜਾਈਦਾ ਨਾ, ਉਹ ਅਖੀਰ ਤੇ ਜਾਂਦਾ ਹੈ। ਜਿਵੇਂ ਫਿਰਾਉਨ ਰਾਜਾ ਹੋਇਆ, ਉਹਨੇ ਕੀ ਕੀਤਾ? ਮਰਿਆਂ ਦੇ ਮੂੰਹ ਦੇ ਵਿੱਚ ਪਏ ਕੋਇਨਸ ਵੀ ਕੱਢਦਾ ਸੀਗਾ। ਜਿਵੇਂ ਅੱਗੇ ਜਿਹੜਾ ਹੈ ਇਹ ਸਾਖੀਆਂ ਬਹੁਤ ਆਉਂਦੀਆਂ ਨੇ, ਉਹ ਕਹਿੰਦੇ ਵੀ ਦੁਨੀਆ ਦੀ ਵੈਲਥ ਸਾਰੀ ਮੇਰੇ ਕੋਲ ਹੀ ਆ ਜਾਵੇ। ਕਹਿੰਦੇ ਐਸੇ ਰਾਜੇ ਅੱਜ ਵੀ ਨੇ ਜਿਨ੍ਹਾਂ ਨੂੰ ਰਾਜਗੱਦੀ ਤੇ ਭਾਵੇਂ ਬਿਠਾ ਦਿਓ, ਜਿਹੜੇ ਪੋਲੀਟੀਸ਼ੀਅਨਸ ਹਨ ਭਾਵੇਂ ਜਿਤਾ ਕੇ ਉਹਨਾਂ ਨੂੰ ਪ੍ਰਾਈਮ ਮਿਨਿਸਟਰ ਬਣਾ ਦਿਓ, ਭਾਵੇਂ ਪ੍ਰੈਸੀਡੈਂਟ ਬਣਾ ਦਿਓ, ਜੋ ਮਰਜ਼ੀ ਬਣਾ ਦਿਓ, ਉਹਨਾਂ ਨੇ ਫੇਰ ਵੀ ਜਿਹੜਾ ਹਨ ਚੱਕੀ ਚੱਟਣ ਜਾਏ, ਉਹਨੇ ਚੱਕੀਓਂ ਜਾ ਕੇ ਚੱਟਣੀਆਂ ਹਨ। ਉਹੀ ਭੈੜੇ ਕੰਮ ਉਹਨਾਂ ਨੇ ਜਾ ਕੇ ਕਰਨੇ ਨੇ, ਲੋਕਾਂ ਨੂੰ ਲੁੱਟਣਾ ਤੇ ਝੂਠ ਬੋਲਣੇ ਨੇ। ਕਹਿੰਦੇ ਉਹ ਆਦਤਾਂ ਨਹੀਂ ਛੱਡਦੇ। ਇਸ ਪ੍ਰਕਾਰ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਮਨੁੱਖ ਨੂੰ ਭਾਵੇਂ ਕਿੰਨੀ ਵੀ ਵਿਦਿਆ ਦੇ ਦਿਓ, ਕਿੰਨਾ ਕੁਝ ਸਿਖਾ ਦਿਓ, ਕਿੰਨਾ ਕੁਝ ਦੱਸ ਦਿਓ, ਕਹਿੰਦੇ ਜਿਹੜਿਆਂ ਦੀਆਂ ਆਦਤਾਂ ਠੀਕ ਨਾ ਹੋਣ, ਕਹਿੰਦੇ ਉਹ ਫੇਰ ਵੀ ਜਿਹੜੇ ਹਨ ਪੁੱਠੇ ਹੀ ਕੰਮ ਕਰਦੇ ਨੇ। ਜਿਹੜਾ ਹਨ ਇਹ ਐਸੀ ਗੱਲ ਹੈ, ਜਿਵੇਂ ਅਜਾਮਲ ਦੀ ਵੀ ਸਾਖੀ ਆਉਂਦੀ ਹੈ ਨਾ, ਅਜਾਮਲ ਨੂੰ ਕਿੰਨੀ ਵਿਦਿਆ ਉਹਦੇ ਪਿਓ ਨੇ ਦਿੱਤੀ, ਫਿਰ ਵੀ ਜਾ ਕੇ ਵੇਸ਼ਵਾ ਦੇ ਕੋਲੇ ਜਾ ਕੇ ਫਸਿਆ ਵਿਚਾਰਾ। ਸੋ ਇਉਂ ਕਰਕੇ ਜਿਹੜਾ ਇਹ ਹਾਲਾਤ ਹੈ ਬੰਦੇ ਦੀ, ਕਹਿੰਦੇ ਇਹ ਹਾਲਾਤ ਕਰਕੇ ਬੰਦੇ ਦਾ ਜਿਹੜਾ ਹੈ ਬੁਰਾ ਹਾਲ ਹੋ ਰਿਹਾ ਹੈ। ਇਹ ਬੁਰੇ ਹਾਲ ਦੇ ਵਿੱਚ ਬੰਦਾ ਕੀ ਕਰਦਾ ਹੈ? ਉਹ ਆਪਣਾ ਜਨਮ ਗਵਾ ਲੈਂਦਾ ਹੈ। ਦੇਖੋ ਨਾ, ਪਰਮਾਤਮਾ ਨੇ ਸਭ ਕੁਝ ਦਿੱਤਾ, ਪਰ ਇਹ ਬੰਦਾ ਜਦੋਂ ਆਪਣੀਆਂ ਆਦਤਾਂ ਦੇ ਪਿੱਛੇ ਲੱਗ ਜਾਂਦਾ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਪਿੱਛੇ, ਤਾਂ ਇਹ ਚੀਜ਼ਾਂ ਜਿਹੜੀਆਂ ਇਹਨੂੰ ਕੁੱਤਾ ਬਣਾ ਦਿੰਦੀਆਂ ਨੇ, ਕੁੱਤੇ ਦਾ ਕੁੱਤਾ ਹੀ ਰੱਖਦੀਆਂ ਨੇ ਇਹਨੂੰ ਜਿਹੜਾ ਹੈ। ਇਸ ਕਰਕੇ ਗੁਰੂ ਤੋਂ ਬਗੈਰ ਕਿਤੇ ਵੀ ਜੀਵਨ ਸਫਲਾ ਨਹੀਂ ਹੋ ਸਕਦਾ। ਜੀਵਨ ਦੇ ਵਿੱਚ ਕਿਤੇ ਸੁੱਖ ਨਹੀਂ ਆ ਸਕਦਾ। ਭਾਵੇਂ ਆਪਣੇ ਪਰਾਲਬੱਧ ਕਰਮ ਆਪਣੇ ਕਿੰਨੇ ਵੀ ਚੰਗੇ ਹੋਣ, ਭਾਵੇਂ ਆਪਾਂ ਰਾਜਾ ਵੀ ਕਿਉਂ ਨਾ ਬਣ ਜਾਵੇ, ਜੇ ਗੁਰੂ ਨਾਨਕ ਦਾ ਉਪਦੇਸ਼ ਨਾ ਧਾਰਨ ਕੀਤਾ, ਜੇ ਗੁਰੂ ਨਾ ਧਾਰਨ ਕੀਤਾ, ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਾ ਮੱਥਾ ਟੇਕਿਆ, ਮਹਾਰਾਜ ਦੇ ਸ਼ਬਦ ਦਾ ਉਪਦੇਸ਼ ਨਾ ਕਮਾਇਆ, ਤਾਂ ਉਹ ਵੀ ਦੁੱਖ ਬਣ ਜਾਂਦਾ ਹੈ। ਸੁੱਖ ਹੀ ਦੁੱਖ ਦਾ ਕਾਰਨ ਬਣ ਜਾਂਦਾ ਹੈ। ਜਿਹੜਾ ਹਨ ਐਸਾ ਜਿਹੜਾ ਹੈ ਬੰਦੇ ਦੀ ਹਾਲਾਤ ਹੈ, ਕਿਉਂਕਿ ਬੰਦੇ ਨੇ ਸੁੱਖ ਵਿੱਚ ਰਹਿੰਦਿਆਂ ਹੋਇਆਂ ਵੀ ਦੁਖੀ ਹੋ ਕੇ ਰਹਿਣਾ ਹੁੰਦਾ ਹੈ। ਗੁਰ ਪੂਰੇ ਵਿਣ ਗਰਭ ਵਸੇਰੇ। ਇਸ ਕਰਕੇ ਪੂਰੇ ਗੁਰੂ ਤੋਂ ਬਗੈਰ ਤਾਂ ਜੂਨਾਂ ਹੀ ਮਿਲਣੀਆਂ ਨੇ, ਗਰਭ ਹੀ ਮਿਲਣੇ ਨੇ। ਇੱਕ ਮਰ ਗਿਆ ਉਹ ਦੂਜੇ ਪਾਸੇ ਜੰਮ ਪਿਆ, ਦੂਜੇ ਪਾਸੇ ਮਰ ਗਿਆ ਤੀਜੇ ਪਾਸੇ ਜੰਮ ਪਿਆ। ਇਹੀ ਹਾਲ ਜਨਮ ਮਰਨ ਦਾ ਲੱਗਿਆ ਰਹਿਣਾ ਹੈ ਜੋ ਤੱਕ ਗੁਰੂ ਨਾ ਮਿਲੇ। ਸੋ ਭਾਈ ਗੁਰਦਾਸ ਨੇ ਇੱਥੇ ਕਲੀਅਰਲੀ ਆਪਾਂ ਨੂੰ ਇਹ ਗੱਲ ਜਿਹੜੀ ਹਨ ਸਪਸ਼ਟ ਕਰਕੇ ਦੱਸੀ ਵੀ ਦੇਖੋ ਜਿਹੜਾ ਗੁਰੂ ਹੈ ਨਾ, ਉਹ ਤੋਂ ਬਗੈਰ ਤੁਸੀਂ ਭਾਵੇਂ ਕਿੰਨੇ ਵੀ ਚੰਗੇ ਕਰਮ ਤੁਹਾਡੇ ਹੋਣ, ਤੁਹਾਡਾ ਫੋਰਚੂਨ ਭਾਵੇਂ ਕਿੰਨਾ ਵੀ ਚੰਗਾ ਹੋਵੇ, ਭਾਵੇਂ ਚੰਗੇ ਪਦਾਰਥਾਂ ਵਾਸਤੇ ਤੁਸੀਂ ਡੈਸਟੀਨ ਵੀ ਹੋ, ਪਰ ਜੇ ਅਗਰ ਤੁਹਾਡੇ ਕੋਲ ਗੁਰੂ ਦਾ ਉਪਦੇਸ਼ ਨਹੀਂ ਨਾ, ਤਾਂ ਤੁਸੀਂ ਫੇਲ ਹੋ। ਸਭ ਕੁਝ ਫੇਲ ਹੈ। ਤੁਹਾਡੇ ਕੋਲ ਸਭ ਕੁਝ ਹੁੰਦਿਆਂ ਹੋਇਆਂ ਵੀ ਤੁਹਾਡੇ ਕੋਲ ਕੁਝ ਨਹੀਂ ਹੈਗਾ, ਤੁਹਾਨੂੰ ਸੁੱਖ ਨਹੀਂ ਕਿਤੇ ਵੀ ਮਿਲਣਾ। ਇਸ ਕਰਕੇ ਲੋਕ ਅੱਜ ਪੁੱਛਦੇ ਹਨ ਕਿ ਗੁਰਸਿੱਖੀ ਧਾਰਨ ਕਰਨੀ ਜ਼ਰੂਰੀ ਹੈ, ਅੰਮ੍ਰਿਤ ਛਕਣਾ ਜ਼ਰੂਰੀ ਹੈ। ਹਾਂਜੀ,
ਭਾਈ ਜ਼ਰੂਰੀ ਇਸ ਕਰਕੇ ਭਾਈ ਗੁਰਦਾਸ ਨੇ ਦੱਸ ਵੀ ਦਿੱਤਾ ਇੱਥੇ, ਕਹਿੰਦੇ ਭਾਈ ਤੁਹਾਡਾ ਜੀਵਨ ਵੇਸਤਟ ਹੈ। ਸਿਰਫ ਵੇਸਤਟ ਨਹੀਂ, ਅੱਗੇ ਹੋਰ ਦੁੱਖ ਮਿਲਣਗੇ, ਤੁਸੀਂ ਸੁੱਖ ਦੇ ਵਿੱਚ ਹੁੰਦਿਆਂ ਹੋਇਆਂ ਵੀ ਦੁਖੀ ਰਹੋਗੇ। ਸੋ ਇਹ ਹਾਲਾਤ ਤੋਂ ਜੇ ਨਿਕਲਣਾ ਹੈ ਤਾਂ ਗੁਰੂ ਦੇ ਉਪਦੇਸ਼ ਨੂੰ ਕਮਾਓ, ਗੁਰੂ ਮਹਾਰਾਜ ਦੇ ਦੱਸੇ ਹੋਏ ਰਹਿਤ ਮਰਿਆਦਾ ਨੂੰ ਰੱਖੋ ਤੇ ਮਹਾਰਾਜ ਦਾ ਪ੍ਰੇਮ ਕਰੋ। ਕੁੱਤਾ ਰਾਜ ਬਹਾਲੀਐ, ਚੱਕੀ ਚੱਟਣ ਜਾਏ ਹਨੇਰੇ, ਗੁਰ ਪੂਰੇ ਬਿਨ ਗਰਭ ਵਸੇਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।